ਹੈਲੋ ਮਾਈ ਡੀਅਰ ਸਟੂਡੈਂਟਸ 9th ਕਲਾਸ ਨੈਕਸਟ ਜੇ ਆਪਾਂ ਲੈਸਨ ਨੰਬਰ 2 ਕਰਨ ਲੱਗੇ ਹਾਂ। ਲੈਸਨ ਨੰਬਰ 2 ਦੇ ਵਿੱਚ ਤੁਹਾਡੇ ਜਿਹੜੇ ਕੁਐਸਚਨਸ ਨੇ ਉਹ ਵੇਖੋ ਧਿਆਨ ਨਾਲ। ਫਸਟ ਕੁਐਸਚਨ ਹੈ ਵਿਚ ਸੈਪਰੇਸ਼ਨ ਟੈਕਨੀਕ ਵਿਲ ਯੂ ਅਪਲਾਈਡ ਫॉर ਸੈਪਰੇਟਿੰਗ ਦਾ ਫੋਲੋਇੰਗ। ਉਹਨਾਂ ਨੇ ਤੁਹਾਨੂੰ ਬਹੁਤ ਸਾਰੀਆਂ ਮਤਲਬ ਦਿੱਤੇ ਹੋਏ ਨੇ ਕਿ ਕਿਹਨੂੰ ਕਿਸ ਵੇ ਨਾਲ ਸੈਪਰੇਟ ਕੀਤਾ ਜਾਂਦਾ, ਤੁਸੀਂ ਉਹ ਚੀਜ਼ ਕਾ ਦੱਸਣੀ ਆ। ਠੀਕ ਹੈ, ਇਹਦਾ ਫਸਟ ਹੈਗਾ ਸੋਡੀਅਮ ਕਲੋਰਾਈਡ ਫਰੋਮ ਇਟਸ ਸੋਲਿਊਸ਼ਨ ਇਨ ਵਾਟਰ। ਜੇ ਵਾਟਰ ਦੇ ਵਿੱਚ ਆਪਾਂ ਸੋਡੀਅਮ ਕਲੋਰਾਈਡ ਨੂੰ ਕੰਬਾਈਨ ਕਰ ਦਿੰਦੇ ਹਾਂ, ਘੋਲ ਦਿੰਦੇ ਹਾਂ, ਤਾਂ ਇਹਨੂੰ ਸੈਪਰੇਟ ਕਿਵੇਂ ਕੀਤਾ ਜਾਂਦਾ? ਆਨਸਰ 'ਚ ਦੇਖੋ ਇਵੈਪੋਰੇਸ਼ਨ ਰਾਹੀਂ। ਠੀਕ ਆ, ਉਹ ਭਾਫ ਬਣ ਕੇ ਉੱਡ ਜਾਂਦਾ ਅਤੇ ਵਾਟਰ ਸੋਡੀਅਮ ਕਲੋਰਾਈਡ ਰਹਿ ਜਾਂਦਾ। ਬੀ ਪਾਰਟ ਅਮੋਨੀਅਮ ਕਲੋਰਾਈਡ ਫਰੋਮ ਆ ਮਿਕਸਚਰ ਕੰਟੇਨਿੰਗ ਸੋਡੀਅਮ ਕਲੋਰਾਈਡ ਐਂਡ ਅਮੋਨੀਅਮ ਕਲੋਰਾਈਡ। ਅਮੋਨੀਅਮ ਕਲੋਰਾਈਡ ਨੂੰ ਕਿੱਦਾਂ ਆਪਾਂ ਸੈਪਰੇਟ ਕਰ ਸਕਦੇ ਹਾਂ? ਜਦੋਂ ਅਮੋਨੀਅਮ ਕਲੋਰਾਈਡ ਅਤੇ ਸੋਡੀਅਮ ਕਲੋਰਾਈਡ ਮਿਕਸ ਹੋ ਜਾਂਦਾ। ਇਹਦਾ ਆਨਸਰ ਦੇਖੋ ਸਬਲੀਮੇਸ਼ਨ। ਕਿਹਨੂੰ ਆਪਾਂ ਸਬਲੀਮੇਸ਼ਨ ਨਾਲ ਅਲੱਗ ਕਰ ਸਕਦੇ ਹਾਂ। ਸੀ ਕੀ ਆ ਸਮਾਲ ਪੀਸਿਸ ਆਫ ਮੈਟਲ ਇਨ ਦਾ ਇੰਜਨ ਆਇਲ ਆਫ ਆ ਕਾਰ। ਜਦੋਂ ਇੰਜਨ ਆਇਲ ਹੁੰਦਾ ਜਿਹੜਾ ਕਾਰ ਦਾ, ਉਹ 'ਚ ਛੋਟੇ ਛੋਟੇ ਮੈਟਲ ਦੇ ਪੀਸਿਸ ਹੁੰਦੇ ਆ, ਉਹਨੂੰ ਕਿੱਦਾਂ ਆਪਾਂ ਕਰ ਸਕਦੇ ਹਾਂ। ਠੀਕ ਹੈ, ਸੀ ਆਨਸਰ ਹੈਗਾ ਸੈਂਟਰੀਫਿਊਜੇਸ਼ਨ ਔਰ ਫਿਲਟਰਾਈਜੇਸ਼ਨ। ਇਹਨੂੰ ਦੋ ਤਰੀਕਿਆਂ ਨਾਲ ਆਪਾਂ ਅਲੱਗ ਕਰ ਸਕਦੇ ਹਾਂ, ਜਾਂ ਤਾਂ ਸੈਂਟਰੀਫਿਊਜੇਸ਼ਨ ਨਾਲ ਜਾਂ ਫਿਲਟਰ ਨਾਲ। ਡੀ ਡਿਫਰੈਂਟ ਪਿਗਮੈਂਟਸ ਫਰੋਮ ਐਨ ਐਕਸਟਰੈਕਟ ਆਫ ਫਲਾਵਰ ਪੈਟਲਸ। ਜਿਹੜੇ ਫਲਾਵਰ ਦੇ ਪੈਟਲਸ ਜਿਹੜੇ ਪੰਖੜੀਆਂ ਨੇ, ਉਹਨਾਂ ਦੇ ਵਿੱਚ ਜਿਹੜੇ ਪਿਗਮੈਂਟਸ ਹੁੰਦੇ ਨੇ, ਉਹਨਾਂ ਨੂੰ ਕਿੱਦਾਂ ਸੈਪਰੇਟ ਕਰ ਸਕਦੇ ਆ? ਇਹ ਹੈਗਾ ਕ੍ਰੋਮੈਟੋਗ੍ਰਾਫੀ। ਇਹਨੂੰ ਕ੍ਰੋਮੈਟੋਗ੍ਰਾਫੀ ਬੋਲਦੇ ਆ ਰਾਜੇ। ਠੀਕ ਹੈ, ਈ ਪਾਰਟ ਹੈ ਬਟਰ ਫਰੋਮ ਕਰਡ। ਮੱਖਣ ਨੂੰ ਦਹੀਂ ਵਿੱਚੋਂ, ਇਹਨੂੰ ਕੀ ਕਹਿੰਦੇ ਆ? ਸੈਂਟਰੀਫਿਊਜੇਸ਼ਨ ਨਾਲ। ਆਇਲ ਫਰੋਮ ਵਾਟਰ ਸੈਪਰੇਟਿੰਗ ਫਨਲ ਦੇ ਥਰੂ ਕਰਦੇ ਆਪਾਂ। ਜੀ ਟੀ ਲੀਵਸ ਫਰੋਮ ਟੀ ਸਿੰਪਲ ਫਿਲਟਰ ਕਰਕੇ। ਆਇਰਨ ਪਿਨਸ ਫਰੋਮ ਸੈਂਡ ਮੈਗਨੈਟਿਕ ਸੈਪਰੇਸ਼ਨ ਨਾਲ। ਵੀਟ ਗ੍ਰੇਨ ਫਰੋਮ ਹਸਕ। ਵੀਟ ਗ੍ਰੇਨਸ ਕੀ ਹੁੰਦੇ ਆ? ਜਿਹੜੇ ਦਾਣੇ ਹੁੰਦੇ ਆ। ਠੀਕ ਹੈ, ਗ੍ਰੇਨਸ ਦੇ ਦਾਣੇ ਹੁੰਦੇ ਆ। ਹਸਕ ਉਹਦੇ ਉੱਪਰ ਜਿਹੜਾ ਛਿਲਕਾ ਹੁੰਦਾ, ਉਹ 'ਚੋਂ ਵਿਨੋਵਿੰਗ ਨਾਲ। ਜੇ ਕੀ ਆਪਣੇ ਕੋਲ ਫਾਈਨ ਮਡ ਪਾਰਟੀਕਲ ਸੈਪਰੇਟਡ ਇਨ ਵਾਟਰ। ਮਡ ਪਾਰਟੀਕਲ ਮਿੱਟੀ ਜਿਹੜੇ ਖੂਹ ਦਾ ਹੁੰਦਾ। ਠੀਕ ਆ, ਮਡ ਦੇ ਉਹਦੇ ਪਾਰਟੀਕਲਸ ਹੁੰਦੇ ਆ ਪਾਣੀ 'ਚ, ਉਹ ਕਿਵੇਂ ਕਰਦੇ ਆ? ਸੈਂਟਰੀਫਿਊਜੇਸ਼ਨ ਨਾਲ। ਸੈਕਿੰਡ ਕੁਐਸਚਨ ਰਾਈਟ ਦਾ ਸਟੈਪ ਯੂ ਵੁੱਡ ਯੂਜ਼ ਫॉर ਮੇਕਿੰਗ ਟੀ। use the word situation solvent solute dissolve soluble insoluble filtrate and residue। ਤੁਹਾਡੇ ਕੋਲ ਇਹ ਵਰਡ ਦਿੱਤੇ ਹੋਏ ਨੇ, ਇਹਨਾਂ ਨੂੰ ਯੂਜ਼ ਕਰਕੇ ਆਪਾਂ ਨੇ ਇਹ ਦੱਸਣਾ ਕਿ ਟੀ ਕਿਵੇਂ ਬਣਦੀ ਹੈ, ਚਾਹ ਕਿਵੇਂ ਬਣਦੀ ਆ। ਫਸਟ ਤੋਂ ਸਟਾਰਟ ਕਰਾਂਗੇ। ਵਾਟਰ ਦਾ ਸੋਲਵੈਂਟ ਇਜ਼ ਟੇਕਨ ਇਨ ਆ ਕੈਟਲ। ਸੋਲਵੈਂਟ ਕੀ ਹੁੰਦਾ? ਜਿਹੜਾ ਆਪਣੇ ਵਿੱਚ ਕੋਈ ਚੀਜ਼ ਘੋਲ ਲਵੇ। ਵਾਟਰ ਕੀ ਐਜ਼ ਆ ਸੋਲਵੈਂਟ ਕੰਮ ਕਰੂਗਾ। ਠੀਕ ਹੈ, ਵਾਟਰ ਦਾ ਸੋਲਵੈਂਟ ਇਜ਼ ਟੇਕਨ ਇਨ ਆ ਕੈਟਲ। ਇੱਕ ਆਪਾਂ ਕੈਟਲ 'ਚ ਲੈ ਲੈਂਦੇ ਹਾਂ। ਦਿਸ ਵਾਟਰ ਇਜ਼ ਅਲਾਉਡ ਟੂ ਬੋਇਲ। ਵਾਟਰ ਨੂੰ ਆਪਾਂ ਅਲਾਓ ਕਰਦੇ ਕਿ ਬੋਇਲ ਹੋ ਜਾਵੇ। ਠੀਕ ਆ। ਸੈਕਿੰਡ ਡਿਊਰਿੰਗ ਹੀਟਿੰਗ ਸ਼ੂਗਰ ਐਂਡ ਟੀ ਲੀਵਸ ਆਰ ਐਡਡ ਐਜ਼ ਸਲਿਊਟ। ਟੀ ਲੀਵਸ ਅਤੇ ਸ਼ੂਗਰ ਨੂੰ ਆਪਾਂ ਜਦੋਂ ਪਾਣੀ ਹੀਟ ਹੋ ਰਿਹਾ ਹੁੰਦਾ, ਉਹਦੇ ਵਿੱਚ ਐਜ਼ ਅ ਸਲਿਊਟ ਘੋਲ ਪਾਉਂਦੇ ਹਾਂ। ਸਲਿਊਟ ਕੀ ਹੁੰਦਾ? ਜਿਹੜਾ ਕਿਸੇ ਚੀਜ਼ 'ਚ ਘੁਲ ਸਕੇ। ਥਰਡ ਮਿਲਕ ਟੀ ਲੀਵਸ ਐਂਡ ਸ਼ੂਗਰ ਟੂਗੈਦਰ ਫॉर ਸਲਿਊਸ਼ਨ। ਜਿਹੜਾ ਥਰਡ ਚੀਜ਼ ਕੀ ਹੁੰਦੀ ਹੈ? ਜਦੋਂ ਮਿਲਕ ਹੋ ਜਾਂਦਾ, ਟੀ ਲੀਵਸ ਹੁੰਦੇ, ਸ਼ੂਗਰ ਹੁੰਦੀ ਹੈ, ਸਾਰਾ ਕੁਛ ਸਲਿਊਸ਼ਨ ਦੇ ਵਿੱਚ ਬਣ ਜਾਂਦਾ, ਘੁਲ ਜਾਂਦਾ। ਸ਼ੂਗਰ ਡਿਜ਼ੋਲਵ ਇਨ ਮਿਲਕ। ਜਿਹੜੀ ਸ਼ੂਗਰ ਆ ਉਹ ਮਿਲਕ ਦੇ ਵਿੱਚ ਡਿਜ਼ੋਲਵ ਹੋ ਜਾਂਦੀ ਆ। ਫੋਰਥ ਦੈਨ ਦਾ ਸਲਿਊਸ਼ਨ ਇਜ਼ ਪੋਰਡ ਔਨ ਆ ਸਟ੍ਰੇਨਰ। ਜਿਹੜਾ ਸਲਿਊਸ਼ਨ ਆ ਉਹਨੂੰ ਆਪਾਂ ਛਾਣਨੀ ਰਾਹੀਂ ਅਲੱਗ ਪੋਰ ਕਰ ਲੈਂਦੇ ਹਾਂ, ਹੈ ਨਾ। ਠੀਕ ਹੈ। ਦਾ ਰਿਮੇਨਿੰਗ ਟੀ ਲੀਵ ਬੀਇੰਗ ਇਨਸੋਲੇਬਲ ਰਿਮੇਨਿੰਗ ਐਜ਼ ਅ ਰੈਜ਼ੀਡਿਊ। ਜਿਹੜੇ ਟੀ ਲੀਵਸ ਰਹਿ ਜਾਂਦੇ ਆ, ਚਾਹ ਪੱਤੀ ਰਹਿ ਜਾਂਦੀ ਹੈ, ਚਾਹ ਪੱਤੀ ਦੇ ਪੱਤੇ ਰਹਿ ਜਾਂਦੇ ਆ। ਠੀਕ ਆ, ਉਹ ਇਨਸੋਲੇਬਲ ਮਟੀਰੀਅਲ ਹੁੰਦਾ ਕਿਉਂਕਿ ਉਹ ਘੁਲ ਨਹੀਂ ਸਕਦੇ, ਉਹਨੂੰ ਆਪਾਂ ਐਜ਼ ਅ ਰੈਜ਼ੀਡਿਊ ਮੰਨਦੇ, ਜਿਹੜਾ ਬਾਅਦ ਵਿੱਚ ਰਹਿ ਜਾਂਦਾ। ਕਲਰ ਆਫ ਟੀ ਲੀਵਸ ਗੋਜ਼ ਇਨਟੂ ਸੋਲਿਊਸ਼ਨ ਐਜ਼ ਅ ਫਿਲਟਰੇਟ। ਜਿਹੜਾ ਟੀ ਲੀਵਸ ਦਾ ਕਲਰ ਹੁੰਦਾ ਸੋਲਿਊਸ਼ਨ ਨੂੰ ਦੇ ਵਿੱਚ ਚਲਿਆ ਜਾਂਦਾ। ਠੀਕ ਹੈ, ਜਿਹੜਾ ਉਹ ਕਲਰ ਚੇਂਜ ਕਰ ਦਿੰਦਾ। ਥਰਡ ਕੁਐਸਚਨ Praga tested the soluble of the three different substances at a different temperature and collected the data as given below। ਉਹਨੇ ਤਿੰਨ ਸਬਸਟੈਂਸ ਲਏ ਡਿਫਰੈਂਟ ਟੈਂਪਰੇਚਰ 'ਤੇ, ਉਹਨੂੰ ਟੈਸਟ ਕੀਤਾ ਅਤੇ ਡਾਟਾ ਕਲੈਕਟ ਕੀਤਾ। ਰਿਜ਼ਲਟਸ ਆਰ ਗਿਵਨ ਇਨ ਦਾ ਫੋਲੋਇੰਗ ਟੇਬਲ। ਜਿਹੜੇ ਉਹਦੇ ਰਿਜ਼ਲਟ ਬਣੇ ਨੇ ਉਹ ਤੁਹਾਨੂੰ ਟੇਬਲ ਦੇ ਵਿੱਚ ਦਿੱਤੇ ਗਏ ਨੇ। ਐਜ਼ ਗ੍ਰਾਮ ਆਫ ਸਬਸਟੈਂਸ ਡਿਜ਼ੋਲਵ ਇਨ 100 ਗ੍ਰਾਮ ਆਫ ਵਾਟਰ ਟੂ ਫਾਰਮ ਆ ਸੈਚੂਰੇਟ ਸੋਲਿਊਸ਼ਨ। 100 ਗ੍ਰਾਮ ਵਾਟਰ ਆਪਾਂ ਸੈਚੂਰੇਟ ਸੋਲਿਊਸ਼ਨ ਲਈ ਲੈਂਦੇ ਹਾਂ। ਇਹ ਵੇਖੋ
पोटाशियम नाइट्रेट दिता होया सॉलेबल टैंपरेचर उपर दिता होया सॉलेबिलिटी दी हुई है ठीक है। पोटाशियम नाइट्रेट सोडियम क्लोराइड पोटाशियम क्लोराइड एंड अमोनीयम क्लोराइड। ਇਹਦਾ ए पार्ट की आ वट मास ऑफ पोटाशियम नाइट्रेट वुड बी नीडेड टू प्रोड्यूस आ सैचुरेट सोल्यूशन ऑफ पोटाशियम नाइट्रेट 50 ग्राम ऑफ वाटर इन 313 कैलविन। 313 कैलविन ਦੇ ਵਿੱਚ पोटाशियम ਦਾ ਹੁਣ देखो 313 कैलविन ਦੇ ਵਿੱਚ ਜਿਹੜਾ पोटाशियम आ पोटाशियम नाइट्रेट ਇਹ वाला गा पोटाशियम नाइट्रेट का 330 कैलविन ਦੇ ਵਿੱਚ कितना सॉलेबल ਆਪਾਂ ਨੂੰ ਚਾਹੀਦਾ 62। आंसर भी देखो एट 330 कैलविन मास ऑफ द पोटाशियम 330 के कैलविन मास ऑफ द पोटाशियम नाइट्रेट नीडेड टू प्रोड्यूस इन सैचुरेट सोल्यूशन इज़ 100 ग्राम ऑफ वाटर इन 62 ग्राम। ये जो सारा का 100 ग्राम ऑफ वाटर च लैने आप पोटाशियम कितना लैने 62 ग्राम। मास ऑफ पोटाशियम नाइट्रेट नीड टू प्रोड्यूस द सैचुरेट सोल्यूशन इन 50 ग्राम ऑफ वाटर इज़ 31। वो कहते जे आप 100 ग्राम लिए आप 62 लैने तो 100 लिए आप कितना लैने 62। जब आप 100 नूं 2 नाल डिवाइड कर देंगे कितना रह जाऊगा 50 तो 50 ग्राम लिए 62 नूं भी 2 नाल डिवाइड होगा 31 रह जाएगा। 31 उन्होंने 31 ग्राम उन्होंने ले लिया। नैक्सट देखो बी पार्ट प्रयागा मेक आ सैचुरेट सोल्यूशन ऑफ पोटाशियम क्लोराइड इन वाटर एट 353 कैलविन एंड ली लेवल ऑफ सोल्यूशन 2 कूल एट रूम टैंपरेचर वट वुड शी ऑब्जर्व एट सोल्यूशन कूल्स एक्सप्लेन। वो कहते अगर उन्हें पोटाशियम क्लोराइड का 353 कैलविन ते लीव किया सोल्यूशन वो सोल्यूशन की है रूम टैंपरेचर ते कूल आ ऑब्जर्व की करते हो सोल्यूशन कूल आ या नहीं। द अमाउंट ऑफ पोटाशियम क्लोराइड दैट शुड बी डिजॉल्व इन वाटर टू मेक आ सैचुरेट सोल्यूशन इंक्रीज़ विद टैंपरेचर। जोड़ा सैचुरेशन सोल्यूशन आ वो अपना जोड़ा डिजॉल्व होना वाटर में इनक्रीज़ होंगे टैंपरेचर के नाल। As the solution cools down, some amount of dissolved potassium chloride will reappear in undissolved solid। वो कहते जो सोल्यूशन ठंडा हो जाता तो कुछ क पार्टिकल ने जोड़े पोटाशियम क्लोराइड के वो रीअपेयर हो जाते दोबारे हो जाते अनडिजॉल्व फॉर्म के जोड़े कि घुले नहीं होंगे। सी पार्ट वट इज़ द इफैक्ट ऑफ चेंज ऑफ टैंपरेचर इन द सॉलिबिलिटी ऑफ अ सॉल्ट। इफैक्ट ऑफ चेंज ऑफ टैंपरेचर का की इफैक्ट पैंदा सॉलिबिलिटी ते द सॉलिबिलिटी ऑफ सॉल्ट इनक्रीज विद द टैंपरेचर। तुहानूं मैं पहला भी एक्सप्लेन किया चैप्टर में जदों आपां पानी नूं किसी भी चीज़ नूं हीट दिंदे तो उहदे विच जिहड़ी चीज़ पाउने वो ज़्यादा ईजिली डिजॉल्व हो जाती है ठीक है। क्वेश्चन नंबर 4 एक्सप्लेन द फॉलोइंग गिविंग एग्जाम्पल। उन्होंने डेफिनेशन जिद्दां कहंदे ठीक है उन्होंने एग्जाम्पल दे नाल आपां एक्सप्लेन करना। फर्स्ट है सैचुरेटेड सोल्यूशन आ सोल्यूशन इन विच नो मोर क्वांटिटी ऑफ सल्यूट कैन बी डिजॉल्व। सैचुरेट सोल्यूशन किहड़ा हुंदा जिहदे विच आपां एक मतलब कैपेसिटी ही डिजॉल्व कर सकते हैं। जिवें हुण पानी लै लो तुसीं हाफ कप पानी लिया उहदे विच तुसीं 2 चम्मच डिजॉल्व कर लोगे 3 चम्मच डिजॉल्व कर लोगे शुगर दे बट एट किसी टाइम ते जाके जिहड़ी शुगर आ डिजॉल्व होनी बंद हो जाती है। जदों बंद हो जाती है उस सोल्यूशन नूं आपां सैचुरेट सोल्यूशन बोलते हैं। आ सोल्यूशन इन विच नो मोर क्वांटिटी ऑफ सल्यूट कैन बी डिजॉल्व एट अ गिवन टैंपरेचर इज कॉल्ड अ सैचुरेट सोल्यूशन। एक टैंपरेचर ते ठीक है सपोज 100 ग्राम आपां ने सल्यूट लिया इन मिक्सड अमाउंट कैन बी डिजॉल्व इन 200 ग्राम ऑफ वाटर एट 293 कैलविन। वो कहते 100 ग्राम आपां ने सल्यूट लिया 200 ग्राम आपां ने वाटर लिया एंड 298 कैलविन अपने को टैंपरेचर आ। दैन 300 ग्राम ऑफ सोल्यूशन 200 ग्राम तो वाटर से 100 ग्राम अपन ने सल्यूट ले लिया दोनों ने कंबाइन करके कितना बन गया 300 ग्राम ऑफ सोल्यूशन। सो अपटेन्ड इज सैचुरेट सोल्यूशन 298 कैलविन मतलब 298 कैलविन तो 300 ग्राम ही आ जोड़ा बन सकता उस तो ज़्यादा नहीं डिजॉल्व हो सकता। प्योर सबसटेंस A pure substance is one which is made up of only one kind of particle। प्योर सबसटेंस की हुंदा जिहड़ा कि सिर्फ एक चीज़ तो ही बनया होवे ठीक है उहदे विच आपां कुछ मिक्स नहीं होया हुंदा कोई मिक्सचर नहीं हुंदा उहदे विच सिर्फ एक चीज़ तो बनया हुंदा। एग्जाम्पल सल्फर एलीमेंट इज़ मेड अप ऑफ ओनली वन काइंड ऑफ सल्फर एटम। जिहड़ा सल्फर दे एलीमेंट्स ने वो सिर्फ सल्फर एटम तो
ਜਿਹੜੇ ਸਲਫਰ ਦੇ मतलब ਜਿਹੜੇ ਸਲਫਰ ਐਲੀਮੈਂਟਸ ਨੇ ਉਹ ਸਿਰਫ ਇੱਕ ਕਾइंड ऑफ ਸਲਫਰ ਐਟਮ, ਉਹ ਸਲਫਰ ਐਟਮ ਤੋਂ ਹੀ ਬਣੇ ਹੁੰਦੇ ਆ। ਵਾਟਰ ਇਜ਼ ਮੇਡ ਅਪ ਆਫ ਓਨਲੀ ਵਨ ਕਾइंड ऑफ ਵਾਟਰ ਮੋਲੀਕੂਲ, ਜਿਹੜਾ ਵਾਟਰ ਆ ਉਹ ਵਾਟਰ ਮੋਲੀਕੂਲਸ ਤੋਂ ਹੀ ਬਣਿਆ ਹੁੰਦਾ ਗਾ। ਅੱਗੇ ਆ ਗਿਆ ਕੋਲਾਈਡ is heterogeneous mixture in which the solute particle size is between solution and the suspension and cannot be seen with naked eye। ਕੋਲਾਈਡ ਕੀ ਹੁੰਦਾ, ਇਹ ਹੋਮੋਜੀਨੀਅਸ ਮਿਕਸਚਰ ਹੁੰਦਾ, मतलब ਇਹ ਉਹ ਚੀਜ਼ ਹੁੰਦੀ ਹੈ ਜਦੋਂ ਆਪਾਂ ਦੋ ਚੀਜ਼ਾਂ ਨੂੰ ਮਿਕਸ ਕਰ ਦਿੰਦੇ ਹਾਂ ਪਰ ਆਪਾਂ ਅੱਖਾਂ ਨਾਲ ਨਹੀਂ ਦੇਖ ਸਕਦੇ ਆਪਣੀ ਅੱਖਾਂ ਨਾਲ। ਜਿਵੇਂ ਆਪਾਂ ਪਾਣੀ ਦੇ ਵਿੱਚ ਨਮਕ ਘੋਲਦੇ ਹਾਂ, ਠੀਕ ਆ, ਨਮਕ ਪੂਰੀ ਤਰ੍ਹਾਂ ਡਿਜ਼ੋਲਵ ਹੋ ਸਕਦਾ, ਆਪਾਂ ਨੂੰ ਨਹੀਂ ਪਤਾ ਕਿ ਪਾਣੀ 'ਚ ਨਮਕ ਘੋਲਿਆ ਹੋਇਆ ਜਾਂ ਪਾਣੀ ਦੇ ਵਿੱਚ ਇੱਕ ਗਲਾਸ 'ਚ ਸ਼ੂਗਰ ਘੋਲੋ, ਆਪਾਂ ਨੂੰ ਨਹੀਂ ਪਤਾ ਦੋਨੀ ਚੀਜ਼ਾਂ 'ਚ ਕੀ ਘੋਲਿਆ ਹੋਇਆ, ਪਾਣੀ 'ਚ ਕਿਹੜੇ ਗਲਾਸ 'ਚ ਨਮਕ ਆ ਔਰ ਕਿਹੜੇ 'ਚ ਸ਼ੂਗਰ ਆ, ਆਪਾਂ ਸਿਰਫ ਉਹਨੂੰ ਟੇਸਟ ਕਰ ਸਕਦੇ, ਆਪਾਂ ਆਈਜ਼ ਨਾਲ ਦੱਸ ਨਹੀਂ ਸਕਦੇ ਦੇਖ ਕੇ, ਠੀਕ ਹੈ। ਉਹ ਚੀਜ਼ ਨੂੰ ਕੋਲਾਈਡ ਬੋਲਦੇ ਆ, ਕੋਲਾਈਡਲ, ਠੀਕ ਹੈ। ਦੇ ਸੀਨ ਟੂ ਬੀ ਸੈਪਰੇਟ ਅਨਫਾਰਮਲੀ ਥਰੂ ਆਊਟ ਦਾ ਮਿਕਸਚਰ, ਉਹ ਮਤਲਬ ਸੈਪਰੇਟ ਨਹੀਂ ਹੋਇਆ ਹੁੰਦਾ। ਦੇ ਸ਼ੋ ਟਿੰਡਲ ਇਫੈਕਟ, ਫੋਰ ਐਗਜ਼ਾਮਪਲ ਮਿਲਕ, ਬਲੱਡ, ਸੋਪ ਸੋਲਿਊਸ਼ਨ ਐਕਸੈਕਟਰਾ, ਇਹ ਟਿੰਡਲ ਇਫੈਕਟ ਸ਼ੋ ਕਰਦੇ। ਟਿੰਡਲ ਇਫੈਕਟ ਮੈਂ ਤੁਹਾਨੂੰ ਪੜ੍ਹਾਇਆ ਤਾ ਬੁੱਕ ਦੇ ਵਿੱਚ, ਠੀਕ ਹੈ। ਨੈਕਸਟ ਦੇਖੋ ਅੱਗੇ ਹੈਗਾ ਸੀ ਤੁਹਾਡਾ ਸਸਪੈਂਸ਼ਨ। ਸਸਪੈਂਸ਼ਨ ਕੀ ਹੁੰਦਾ, in heterogeneous mixture in which solute particle size is more than 1000 nm, solute particle ਦਾ ਜਿਹਨਾਂ ਦਾ ਸਾਈਜ਼ 1000 ਤੋਂ ਜ਼ਿਆਦਾ ਹੋਵੇ are separated throughout the liquid without dissolving in it। ਉਹਨੂੰ ਮਤਲਬ ਉਹਨਾਂ ਦਾ ਪਾਰਟੀਕਲ ਦਾ ਸਾਈਜ਼ 1000 ਤੋਂ ਜ਼ਿਆਦਾ ਹੁੰਦਾ, ਉਹ ਡਿਜ਼ੋਲਵ ਨਹੀਂ ਹੋ ਸਕਦੇ ਲਿਕੁਇਡ ਦੇ ਵਿੱਚ, ਠੀਕ ਆ, ਉਹਨੂੰ ਸਸਪੈਂਸ਼ਨ ਬੋਲਦੇ ਆ। ਜਿਵੇਂ ਚੌਕ ਐਂਡ ਵਾਟਰ, ਜਿਹੜਾ ਚੌਕ ਆ ਉਹਨੂੰ ਤੁਸੀਂ ਪਾਣੀ 'ਚ ਘੋਲੋਗੇ ਉਹ ਕਿਤੇ ਨਾ ਕਿਤੇ ਰਹਿ ਜੂਗਾ। ਮਰਡੀ ਵਾਟਰ ਜਿਹੜਾ ਦਰਿਆ ਵਗੈਰਾ, ਦਰਿਆ ਦਾ ਨਹੀਂ ਮਤਲਬ ਕਿ ਜਿੱਥੇ ਹੈ ਨਾ ਕਾਫੀ ਗੰਦਾ ਪਾਣੀ ਹੁੰਦਾ ਨਾ ਉਹਨੂੰ ਕਹਿੰਦੇ ਆ, ਠੀਕ ਹੈ। ਸੈਂਡ ਹੋ ਗਿਆ, ਰੇਤ ਹੋ ਗਈ, ਰੇਤ ਪਾਣੀ 'ਚ ਨਹੀਂ ਘੁਲਦੀ ਹੈਗੀ, ਠੀਕ ਹੈ। ਫਲੋਰ, ਆਟਾ ਨਹੀਂ ਪਾਣੀ ਦੇ ਵਿੱਚ ਘੁਲਦਾ, ਉਹ ਹਾਰਡ ਹੋ ਜਾਂਦਾ, ਇਹਨੂੰ ਸਸਪੈਂਸ਼ਨ ਬੋਲਦੇ ਆ। 5th ਕੁਐਸਚਨ, ਕਲਾਸੀਫਾਈ ਈਚ ਆਫ ਦ ਫੋਲੋਇੰਗ ਐਜ਼ ਅ ਹੋਮੋਜੀਨੀਅਸ ਐਂਡ ਹੈਟਰੋਜੀਨੀਅਸ ਮਿਕਸਚਰ। ਆਪਾਂ ਨੇ ਹੋਮੋਜੀਨੀਅਸ ਆ ਜਾਂ ਹੈਟਰੋਜੀਨੀਅਸ ਆ ਇਹ ਕਲਾਸੀਫਾਈ ਕਰਨਾ। ਕੀ ਕੀ ਦਿੱਤਾ ਤੁਹਾਨੂੰ, ਸੋਡਾ ਵਾਟਰ, ਵੁੱਡ, ਏਅਰ, ਸੋਇਲ, ਵਿਨੀਗਰ, ਫਿਲਟਰੇਟ, ਟੀ। ਹੋਮੋਜੀਨੀਅਸ ਮਿਕਸਚਰ ਕਿਹੜੇ ਹੁੰਦੇ ਆ, ਜਿਹੜੇ ਕਿ ਘੁਲ ਜਾਣ ਪ੍ਰੋਪਰ ਵੇ ਨਾਲ। ਹੋਮੋਜੀਨੀਅਸ ਮਿਕਸਚਰ ਕਿਹੜੇ ਹੁੰਦੇ ਆ, ਸੋਡਾ ਵਾਟਰ, ਸੋਡਾ ਵਾਟਰ ਆ ਪਾਣੀ 'ਚ ਘੋਲ ਲਓ, ਘੁਲ ਜਾਏਗਾ, ਜਿਹਦੇ ਵਿੱਚ ਮਰਜ਼ੀ ਘੋਲ ਲਓ। ਏਅਰ ਪਤਾ ਨਹੀਂ ਲੱਗਦੀ ਕਿੱਥੇ ਆਪਾਂ ਨੂੰ, ਠੀਕ ਹੈ। ਵਿਨੀਗਰ, ਸਿਰਕਾ ਵੀ ਤਾਂ ਆਪਾਂ ਲਿਕੁਇਡ ਫਾਰਮ 'ਚ ਹੁੰਦਾ, ਘੁਲ ਸਕਦਾ। ਫਿਲਟਰੇਟ ਟੀ, ਜਿਹੜੀ ਫਿਲਟਰੇਟ ਟੀ ਆ ਉਹ ਵੀ ਹੋਮੋਜੀਨੀਅਸ ਆ ਕਿਉਂਕਿ ਉਹ ਫਿਲਟਰ ਕੀਤੀ ਹੁੰਦੀ ਹੈਗੀ, ਠੀਕ ਹੈ। ਜਿਵੇਂ ਆਪਾਂ ਚਾਹ ਪੱਤੀ ਨੂੰ ਕਰ ਲੈਂਦੇ ਹਾਂ, ਪਾਣੀ 'ਚ ਉਬਾਲ ਲੈਂਦੇ, ਉਹ ਫਿਲਟਰੇਟ ਟੀ ਬਣ ਜਾਂਦੀ ਜਦੋਂ ਆਪਾਂ ਚਾਹ ਪੱਤੀ ਬਾਹਰ ਕੱਢ ਦਿੰਦੇ ਹਾਂ। ਹੈਟਰੋਜੀਨੀਅਸ ਮਿਕਸਚਰ ਕਿਹੜੇ ਹੁੰਦੇ ਆ, ਵੁੱਡ ਐਂਡ ਸੋਇਲ, ਜਿਹੜਾ ਵੁੱਡ ਆ ਲੱਕੜ ਆ ਅਤੇ ਸੋਇਲ ਮਿੱਟੀ ਆ, ਇਹ ਭਾਵੇਂ ਘੁਲਦੀਆਂ ਨਹੀਂ ਹੈਗੀ ਕਿਸੇ 'ਚ, ਇਸ ਕਰਕੇ ਇਹਨੂੰ ਹੈਟਰੋਜੀਨੀਅਸ ਬੋਲਦੇ ਆ। ਕੁਐਸਚਨ 6, ਹਾਊ ਵੁੱਡ ਯੂ ਕਨਫਰਮ ਦੈਟ ਆ ਕਲਰਲੈਸ ਲਿਕੁਇਡ ਗਿਵਨ ਟੂ ਯੂ ਇਨ ਪਿਓਰ ਵਾਟਰ। ਕਲਰਲੈਸ ਲਿਕੁਇਡ ਨੂੰ ਆਪਾਂ ਪਿਓਰ ਵਾਟਰ 'ਚ ਕਿੱਦਾਂ ਕਨਫਰਮ ਕਰ ਸਕਦੇ ਹਾਂ ਕਿ ਕਲਰਲੈਸ ਲਿਕੁਇਡ ਆ। ਪਿਓਰ ਵਾਟਰ ਹੈਡ ਆ ਬੋਇਲਿੰਗ ਪੁਆਇੰਟ 373 ਕੈਲਵਿਨ ਐਟ 1 ਐਟਮੋਸਫੇਰਿਕ ਪ੍ਰੈਸ਼ਰ। ਜਿਹੜਾ ਪਿਓਰ ਵਾਟਰ ਆ ਉਹਦਾ 373 ਕੈਲਵਿਨ ਆ boiling point 1 atmospheric pressure ਦੀ। if the colorless liquid boil exactly at 373 Kelvin at 1 atmospheric pressure then it is a pure water। ਜੇ ਕਲਰਲੈਸ ਲਿਕੁਇਡ ਨੂੰ ਆਪਾਂ ਬੋਇਲ ਕਰ ਦਿੰਦੇ ਹਾਂ 373 ਕੈਲਵਿਨ ਤੇ 1 ਐਟਮੋਸਫੇਰਿਕ ਪ੍ਰੈਸ਼ਰ ਤੇ ਉਹ ਜਿਹੜੀ ਫਾਰਮ ਪ੍ਰੋਡਿਊਸ ਹੁੰਦੀ ਉਹਨੂੰ ਪਿਓਰ ਵਾਟਰ ਕਹਿ ਸਕਦੇ ਆਪਾਂ। ਇਫ ਦੇਅਰ ਇਜ਼ ਅ ਡਿਫਰੈਂਸ ਇਨ ਬੋਇਲਿੰਗ ਪੁਆਇੰਟ ਦੈਨ ਵਾਟਰ ਇਜ਼ ਕੰਟੇਨਮੈਂਟ। ਮਤਲਬ ਜੇ ਇਹਨਾਂ ਦਾ ਬੋਇਲਿੰਗ ਪੁਆਇੰਟ ਡਿਫਰੈਂਟ ਹੋ ਜਾਵੇ ਪਿਓਰ ਵਾਟਰ ਦਾ ਐਂਡ ਲਿਕੁਇਡ ਬੋਇਲ ਜਿਹੜਾ ਆਪਾਂ ਕਰਦੇ ਹਾਂ ਕਲਰਲੈਸ ਲਿਕੁਇਡ ਦਾ, ਤਾਂ ਇਹ ਸੇਮ ਨਹੀਂ ਹੋਣਗੇ, ਇਹ ਪਿਓਰ ਵਾਟਰ ਫਾਰਮ 'ਚ ਨਹੀਂ ਹੋਏਗਾ। 7th ਕੁਐਸਚਨ, which of the following material fall in the category of a pure substance। ਕਿਹੜੀਆਂ ਚੀਜ਼ਾਂ ਨੇ ਜਿਹੜਾ ਪਿਓਰ ਸਬਸਟਾਂਸ 'ਚ ਹੁੰਦੀਆਂ ਨੇ। ਆਈਸ, ਮਿਲਕ, ਆਇਰਨ, ਹਾਈਡਰੋਕਲੋਰਾਈਡ ਐਸਿਡ, ਕੈਲਸ਼ੀਅਮ ਆਕਸਾਈਡ, ਮਰਕਰੀ, ਬ੍ਰਿਕ, ਵੁੱਡ ਐਂਡ ਏਅਰ। ਆਨਸਰ ਕੀ ਹੈ ਇਹਦਾ A, C, D, E and F ਆਰ ਪਿਓਰ ਸਬਸਟਾਂਸ। ਆਇਸ ਆ ਜਿਹੜਾ ਆਈਸ ਆ ਬਰਫ ਆ ਪਿਓਰ ਵਾਟਰ ਤੋਂ ਬਣਦੀ ਹੈ ਤਾਂ ਕਰਕੇ ਉਹ ਪਿਓਰ ਸਬਸਟਾਂਸ ਆ। ਆਇਰਨ ਲੋਹਾ ਵੀ ਆਪਾਂ ਨੂੰ ਪਿਓਰ ਫਾਰਮ 'ਚ ਮਿਲਦਾ ਗਾ, ਠੀਕ ਹੈ। ਸੀ ਕੀ ਆਪਣੇ ਕੋਲੇ ਆਇਰਨ। ਡੀ ਕੀ ਆਪਣੇ ਕੋਲੇ ਹਾਈਡਰੋਕਲੋਰਿਕ ਐਸਿਡ ਵੀ ਪਿਓਰ ਫਾਰਮ 'ਚ ਹੁੰਦਾ ਰਾਜੇ। ਈ ਕੀ ਹੈ ਕੈਲਸ਼ੀਅਮ ਆਕਸਾਈਡ, ਇਹ ਵੀ ਪਿਓਰ ਫਾਰਮ 'ਚ ਹੁੰਦਾ। ਐਫ ਕੀ ਹੈ ਮਰਕਰੀ ਵੀ ਪਿਓਰ ਫਾਰਮ 'ਚ ਹੁੰਦਾ। ਹੁਣ ਰਹਿ ਕੀ ਹੈ ਮਿਲਕ ਪਿਓਰ ਫਾਰਮ 'ਚ ਨਹੀਂ ਹੁੰਦਾ ਕਿਉਂਕਿ ਮਿਲਕ 'ਚ ਆਪਾਂ ਵਾਟਰ ਐਡ ਕਰ ਦਿੰਦੇ ਹਾਂ। ਬ੍ਰਿਕ
ਜਿਹੜੀ ਹਾਂ ਇੱਟ ਆ ਬਹੁਤ ਚੀਜ਼ਾਂ ਤੋਂ ਬਣਦੀ ਆ, ਵੁੱਡ ਲੱਕੜ 'ਚ ਪਿਓਰ ਫਾਰਮ ਨਹੀਂ ਹੁੰਦੀ, ਏਅਰ 'ਚ ਬਹੁਤ ਸਾਰੀਆਂ ਗੈਸਿਸ ਮਿਲੀਆਂ ਹੁੰਦੀਆਂ ਨੇ, ਪਿਓਰ ਫਾਰਮ ਨਹੀਂ ਹੁੰਦੀਆਂ। क्वेश्चन नंबर 8 आइडेंटिफाई द सोल्यूशन अमंग द फॉलोइंग मिक्सचर सॉयल सी वाटर एयर कोल एंड सोडा वाटर। ਆਪਾਂ ਨੇ ਆइडेंटिफाई करना कि सोल्यूशन ਕਿਹੜਾ ਗਾ ਜਾਂ सोल्यूशन ਕਿਹੜਾ ਹੁੰਦਾ ਮਿਕਸਚਰ ਜਿੰਨਾ ਫਾਰਮ ਹੁੰਦਾ ਗਾ। सोल्यूशन अमंग मिक्सचर आर सी वाटर एयर एंड सोडा वाटर। ਜਿਹੜਾ सी वाटर ਸਮੁੰਦਰੀ ਪਾਣੀ ਆ ਖਾਰਾ ਹੁੰਦਾ, ਠੀਕ ਹੈ, ਨਮਕ ਵੀ ਬਣਦਾ ਉਹ ਤੋਂ, ਉਹ ਕੀ ਹੁੰਦਾ ਮਿਕਸਚਰ ਫਾਰਮ ਹੁੰਦੀ ਆ। ਏਅਰ ਦੇ ਵਿੱਚ ਬਹੁਤ ਸਾਰੀਆਂ ਗੈਸਿਸ ਹੁੰਦੀਆਂ ਨੇ। ਸੋਡਾ ਵਾਟਰ ਕੀ ਆ ਜਿਹੜਾ ਮਿਕਸ ਹੁੰਦਾ ਉਹ 'ਚ ਗੈਸ ਵਗੈਰਾ ਪਾ ਕੇ ਉਹਨੂੰ ਬਣਾਇਆ ਜਾਂਦਾ। 9th क्वेश्चन विच ऑफ द फॉलोइंग विल शो टिंडल इफेक्ट। टिंडल इफेक्ट कौन शो करता साल्ट सोल्यूशन मिल्क कॉपर सल्फेट एंड स्टार्च सोल्यूशन। आंसर किहदा मिल्क ते स्टार्च सोल्यूशन विच शो टिंडल इफेक्ट। मिल्क ते स्टार्च सोल्यूशन है जिहड़ा टिंडल इफेक्ट शो करदे आ। टिंडल इफेक्ट वो शो करते हुंदे आ जिन्हां विच कोई चीज़ नूं मिक्स कर दित्ती जावे पता ना लगे आपां नूं। 10th क्वेश्चन क्लासीफाई द फॉलोइंग इनटू एलीमेंट्स कंपाउंड्स एंड मिक्सचर। आपां एलीमेंट कंपाउंड ते मिक्सचर च क्लासीफाई करना। सोडियम सॉयल है, शुगर सोल्यूशन आ, सिल्वर आ, कैल्शियम कार्बोनेट आ, टीन आ, सिलिकॉन, कोल, एयर, सोप, मिथेन, कार्बन डाइऑक्साइड एंड ब्लड। एलीमेंट्स किहड़े किहड़े ने सोडियम, सिल्वर, टीन, सिलिकॉन, ठीक है। एलीमेंट्स किहड़े हुंदे आगे सिंगल फॉर्म जिहड़े हुंदे जिवें सोडियम हो गया, सिल्वर हो गया, टिन हो गया, सिलिकॉन हो गया, ये सारे सिंगल फॉर्म च ने। कंपाउंड किहनूं कहंदे जिहड़े दो ਜਾਂ दो तो ਵੱਧ चीज़ों का बनिया होवे जिवें कैल्शियम कार्बोनेट हो गया, मिथेन हो गई गैस आ जिहड़ी हुंदी आ, कार्बन डाइऑक्साइड आ, ठीक है, मिक्सचर ने ये की ने कार्बन डाइऑक्साइड तक की ने कंपाउंड ने। मिक्सचर की हुंदे जिहड़े बहुत सारी चीज़ों नूं कंबाइन हो जांदा। एलीमेंट सिंगल आ, कंपाउंड दो चीज़ां ने, मिक्सचर जिहड़ियां ज़्यादा होण जिवें सॉयल आ, कोल आ, एयर आ, सोप आ, ब्लड आ, ठीक है, शुगर सोल्यूशन है, ये सारे की ने मिक्सचर ने। क्वेश्चन नंबर 11 विच ऑफ द फॉलोइंग आर कैमिकल चेंजिस। किहड़ियां कैमिकल चेंजिस ने ग्रोथ ऑफ अ प्लांट, रस्टिंग ऑफ आयरन, मिक्सिंग ऑफ आयरन, फिलिंग एंड सैंड, कुकिंग ऑफ फूड, डाइजेशन ऑफ फूड, फ्रीजिंग ऑफ वाटर, बर्निंग ऑफ अ कैंडल। ਕਿਹੜੀ ਕਿਹੜੀਆਂ ਨੇ ਮੈਂ ਤੁਹਾਨੂੰ ਅੱਗੇ ਸ਼ੋ ਕਰਦੀ ਹਾਂ। ਕੀ ਹੈ ਗਰੋਇੰਗ ਆਫ ਪਲਾਂਟ, ਜਿਹੜਾ ਪਲਾਂਟ ਉਹ ਆਪਣੇ ਆਪ ਹੈ ਨਾ ਨਿਊਟ੍ਰੀਸ਼ਨ ਵਗੈਰਾ ਲੈ ਕੇ ਗਰੋ ਕਰਦਾ। ਰਸਟਿੰਗ ਆਫ ਆਇਰਨ ਜਦੋਂ ਲੋਹਾ ਬਾਹਰ ਹਵਾ ਅਤੇ ਪਾਣੀ ਨਾਲ ਮਿਕਸ ਕਰਦਾ ਰਿਐਕਟ ਕਰਦਾ ਉਦੋਂ ਰਸਟ ਲੱਗਦੀ ਹੈ। ਕੁਕਿੰਗ ਆਫ ਫੂਡ, ਪਾਣੀ ਦੇ ਵਿੱਚ ਉਹ ਬੋਇਲ ਹੋ ਕੇ ਮਸਾਲੇ ਵਗੈਰਾ ਪਾ ਕੇ ਕੁੱਕ ਹੁੰਦਾ ਗਾ। ਡਾਈਜੈਸ਼ਨ ਆਫ ਫੂਡ, ਆਪਣਾ ਜਿਹੜਾ ਖਾਣਾ ਖਾਂਦੇ ਆਪਣਾ ਪਚਦਾ ਗਾ, ਠੀਕ ਆ, ਬਾਇਲ ਜੂਸ ਹੁੰਦਾ ਗਾ ਆਪਣੇ ਲੀਵਰ ਦੇ ਵਿੱਚ ਉਹ ਤੋਂ ਹੁੰਦਾ ਗਾ। ਬਰਨਿੰਗ ਆਫ ਕੈਂਡਲ ਨੂੰ ਆਪਾਂ ਮਾਚਿਸ ਨਾਲ ਜਲਾਉਂਦੇ ਤਾਂ ਬਣਦੇ। ਇਹ ਸਾਰੇ ਕੀ ਨੇ ਤੁਹਾਡੀਆਂ ਜਿਹੜਾ ਇਹ ਚੀਜ਼ਾਂ ਨੇ ਸਾਰੀਆਂ ਕੀ ਨੇ ਤੁਹਾਡੀਆਂ ਇਹਦੇ ਵਿੱਚ ਕੀ ਨੇ ਕੈਮੀਕਲ ਰਿਐਕਸ਼ਨ ਹੁੰਦੀਆਂ ਨੇ। ਕੈਮੀਕਲ ਰਿਐਕਸ਼ਨ ਜਿਹੜੇ ਕਿਸੇ ਨਾ ਕਿਸੇ